ਸਤਿ ਸ੍ਰੀ ਅਕਾਲ, ਸਲਾਮ, ਨਮਸਤੇ ਦੋਸਤੋ। ਸਵਾਗਤ ਹੈ ਤੁਹਾਡੇ ਆਪਣੇ ਚੈਨਲ ਹਿਸਟੋਰੀਕਲ ਵੈਰਸਿਟੀ ਵਿੱਚ ਇੱਕ ਨਵੀਂ ਵੀਡੀਓ ਦੇ ਨਾਲ। ਦੋਸਤੋ, ਪਿਛਲੇ ਭਾਗ ਵਿੱਚ ਅਸੀਂ ਐਲਨ ਟਿਊਰਿੰਗ ਦੇ ਬਚਪਨ ਬਾਰੇ ਅਤੇ ਉਹਨਾਂ ਦੀ ਫੈਮਿਲੀ ਬਾਰੇ ਜਾਣਿਆ ਸੀ ਕਿ ਉਹਨਾਂ ਦਾ ਜਨਮ ਕਿੱਥੇ ਹੋਇਆ, ਉਹਨਾਂ ਦੇ ਮਾਤਾ ਪਿਤਾ ਕੀ ਕੰਮ ਕਰਦੇ ਸਨ, ਉਹਨਾਂ ਨੇ ਆਪਣੀ ਪੜ੍ਹਾਈ ਕਿੱਥੋਂ ਕਰੀ ਸੀ। ਪਰ ਜਿਨ੍ਹਾਂ ਨੇ ਅਜੇ ਤੱਕ ਉਹ ਵੀਡੀਓ ਨਹੀਂ ਦੇਖੀ, ਮੈਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਉਸ ਦਾ ਲਿੰਕ ਦਿੱਤਾ ਹੋਇਆ ਹੈ। ਕਿਰਪਾ ਕਰਕੇ ਪਹਿਲਾਂ ਤੁਸੀਂ ਉਹ ਵੀਡੀਓ ਦੇਖ ਲਵੋ ਤਾਂ ਜੋ ਇਸ ਵੀਡੀਓ ਨੂੰ ਸਮਝਣ ਵਿੱਚ ਤੁਹਾਨੂੰ ਆਸਾਨੀ ਹੋਵੇ। ਦੋਸਤੋ, ਪਿਛਲੇ ਭਾਗ ਵਿੱਚ ਮੈਂ ਕ੍ਰਿਪਟੋ ਐਨਾਲਿਸਿਸ ਬਾਰੇ ਦੱਸ ਰਿਹਾ ਸੀ ਕਿ ਕਿਵੇਂ ਆਪਣੀ ਇਨਵੈਂਸ਼ਨ ਲਈ ਐਲਨ ਨੂੰ ਕ੍ਰਿਪਟੋ ਐਨਾਲਿਸਿਸ ਦੀ ਲੋੜ ਸੀ। ਤਾਂ ਦੇਖੋ ਦੋਸਤੋ, ਹੁੰਦਾ ਕੀ ਹੈ ਕਿ ਜਦੋਂ ਵੀ ਆਪਾਂ ਕੁਝ ਟਾਈਪ ਕਰਦੇ ਹਾਂ ਤਾਂ ਉਹ ਕ੍ਰਿਪਟਿਕ ਫਾਰਮ ਵਿੱਚ ਹੁੰਦਾ ਹੈ, ਯਾਨੀ ਕਿ ਇਨਕ੍ਰਿਪਟ ਹੁੰਦਾ ਹੈ। ਜਿਵੇਂ ਕਿ ਤੁਹਾਡਾ ਪਾਸਵਰਡ, ਉਹ ਵੀ ਇਨਕ੍ਰਿਪਟ ਹੀ ਹੁੰਦਾ ਹੈ। ਵਰਲਡ ਵਾਰ 2 ਵਿੱਚ ਕੀ ਹੁੰਦਾ ਸੀ ਕਿ ਜਰਮਨੀ ਜੋ ਹੈ ਉਹ ਆਲਮੋਸਟ ਪੂਰੀ ਦੁਨੀਆ ਨਾਲ ਯੁੱਧ ਲੜ ਰਿਹਾ ਸੀ। ਹੁਣ ਜਰਮਨੀ ਜੋ ਆਪਣੇ ਮੈਸੇਜ ਭੇਜਦਾ ਸੀ ਆਪਣੇ ਸਹਿਯੋਗੀਆਂ ਨੂੰ, ਉਹ ਇਨਕ੍ਰਿਪਟਡ ਫਾਰਮ ਵਿੱਚ ਹੁੰਦੇ ਸਨ। ਜਿਵੇਂ ਕਿ ਮੰਨ ਲਵੋ ਕਿ ਜਰਮਨੀ ਨੇ ਮੈਸੇਜ ਭੇਜਣਾ ਹੈ ਕਿ ਅਟੈਕ ਔਨ ਬ੍ਰਿਟੇਨ, ਤਾਂ ਉਹ ਆਪਣੀ ਮਸ਼ੀਨ ਤੇ ਟੈਪ ਕਰੇਗਾ ਅਟੈਕ ਔਨ ਬ੍ਰਿਟੇਨ, ਲੇਕਿਨ ਉਹ ਸ਼ੋ ਕਿਵੇਂ ਹੋਵੇਗਾ, ਜਿਵੇਂ WQSRT ਇਸ ਤਰ੍ਹਾਂ ਵਰਡਸ 'ਚ, ਯਾਨੀ ਕਿ ਇਨਕ੍ਰਿਪਟਡ ਫਾਰਮ ਵਿੱਚ। ਹੁਣ ਇਸ ਨੂੰ ਡਿਕ੍ਰਿਪਟ ਕਰਨਾ ਹੈ। ਤਾਂ ਦੋਸਤੋ, ਸ਼ੁਰੂਆਤ ਵਿੱਚ ਜਰਮਨੀ ਬਹੁਤ ਸਕਸੈਸਫੁਲ ਹੋਇਆ, ਕਿਉਂਕਿ ਇੱਕ ਤਾਂ ਉਸ ਕੋਲ ਹਥਿਆਰ ਉੱਚ ਕੋਟੀ ਦੇ ਸੀ ਤੇ ਦੂਸਰਾ ਉਹਨਾਂ ਦੀ ਜੋ ਸਾਇੰਸ ਸੀ ਉਹ ਬਾਕਮਾਲ ਸੀ। ਸੋ ਆਪਣੇ ਇਹੀ ਪਲੱਸ ਪੁਆਇੰਟਸ ਨਾਲ ਜਰਮਨੀ ਨੇ ਸਭ ਦੇ ਨਾਸੀਦਮ ਕਰਿਆ ਹੋਇਆ ਸੀ। ਪਰ ਬਾਅਦ ਵਿੱਚ ਸੋਵੀਅਤ ਤੇ ਇੰਗਲੈਂਡ ਨੇ ਮਿਲ ਕੇ ਜਰਮਨੀ ਦੀ ਬੈਂਡ ਵਜਾ ਦਿੱਤੀ। ਸੋ ਅਸੀਂ ਕੀ ਦੇਖਦੇ ਹਾਂ ਕਿ ਜੋ ਉਸ ਟਾਈਮ ਜਰਮਨੀ ਜੋ ਮੈਸੇਜ ਭੇਜਦਾ ਸੀ ਉਹ ਸਾਰੇ ਇਨਕ੍ਰਿਪਟਡ ਹੁੰਦੇ ਸੀਗੇ, ਅਤੇ ਜਿਸ ਮਸ਼ੀਨ ਰਾਹੀਂ ਉਹ ਮੈਸੇਜ ਭੇਜਦਾ ਸੀ ਉਸ ਦਾ ਨਾਮ ਸੀ ਅਨਿਗਮਾ। ਅਨਿਗਮਾ ਇੰਨੀ ਜ਼ਿਆਦਾ ਖਤਰਨਾਕ ਮਸ਼ੀਨ ਸੀ ਦੋਸਤੋ, ਇਸ ਦੇ ਕੰਬੀਨੇਸ਼ਨ ਇੰਨੇ ਜ਼ਿਆਦਾ ਹੁੰਦੇ ਸੀ ਕਿ ਇਸ ਦੇ ਮੈਸੇਜ ਨੂੰ ਡਿਕ੍ਰਿਪਟ ਕਰਨਾ ਲਗਭਗ ਨਾਮੁਮਕਿਨ ਸੀ। ਤੁਸੀਂ ਅਨਿਗਮਾ ਨੂੰ ਡਿਕੋਡ ਕਰ ਹੀ ਨਹੀਂ ਸੀ ਸਕਦੇ। ਇਸ ਦਾ ਕਾਰਨ ਪਤਾ ਹੈ ਕਿ ਕਿਉਂ ਐਵੇਂ ਨਹੀਂ ਕੀਤਾ ਜਾ ਸਕਦਾ ਸੀ, ਕਿਉਂਕਿ ਇਸ ਵਿੱਚ ਢੇਰ ਸਾਰੇ ਪਲੱਗ ਹੁੰਦੇ ਸਨ। ਇਹਨਾਂ ਦੇ ਨਾਲ ਨਾਲ ਇਸ ਵਿੱਚ ਬਹੁਤ ਸਾਰੇ ਰੋਟਰਸ ਵੀ ਹੁੰਦੇ ਸਨ ਜੋ ਲੱਖਾਂ ਦੀ ਗਿਣਤੀ ਵਿੱਚ ਸਨ। ਇਹਨਾਂ ਹੀ ਰੋਟਰਸ ਤੇ ਪਲੱਗਸ ਦਾ ਯੂਜ਼ ਕਰਕੇ ਮੈਸੇਜ ਨੂੰ ਜਨਰੇਟ ਕੀਤਾ ਜਾਂਦਾ ਸੀ, ਅਤੇ ਇਸ ਨੂੰ ਡਿਕ੍ਰਿਪਟ ਕਰਨਾ ਇਸ ਲਈ ਵੀ ਮੁਸ਼ਕਿਲ ਸੀ ਕਿਉਂਕਿ ਜਰਮਨੀ ਡੇਲੀ ਆਪਣੀ ਸੈਟਿੰਗ ਚੇਂਜ ਕਰਦਾ ਸੀ। ਹਰ ਰੋਜ਼ ਨਵਾਂ ਕੋਡ ਜਨਰੇਟ ਹੁੰਦਾ ਸੀ। ਤਾਂ ਉਸ ਟਾਈਮ ਬ੍ਰਿਟਿਸ਼ ਗਵਰਨਮੈਂਟ ਨੇ ਬੁਲਾਇਆ ਇੱਕ ਜੀਨੀਅਸ ਨੂੰ, ਜਿਹਦਾ ਨਾਮ ਸੀ ਐਲਨ ਟਿਊਰਿੰਗ। ਬ੍ਰਿਟਿਸ਼ ਸਰਕਾਰ ਨੇ ਐਲਨ ਟਿਊਰਿੰਗ ਨੂੰ ਕਿਹਾ ਕਿ ਇਹ ਜੋ ਮੈਸੇਜ ਹਨ ਇਹਨਾਂ ਨੂੰ ਡਿਕ੍ਰਿਪਟ ਕਰੋ। ਤਾਂ ਹੁਣ ਐਲਨ ਟਿਊਰਿੰਗ ਨੇ ਆਪਣੀ ਇੱਕ ਟੀਮ ਬਣਾਈ। ਇਸ ਟੀਮ ਵਿੱਚ ਮੈਥਮੈਟੀਸ਼ੀਅਨ ਸੀ, ਜੋ ਚੈਸ ਵਧੀਆ ਖੇਡਦੇ ਸੀ ਉਹ ਸੀ, ਜੋ ਪਜ਼ਲ ਸੋਲਵਰ ਸਨ ਉਹ ਸੀ। ਐਲਨ ਨੇ ਇੱਕ ਅਜਿਹਾ ਪਜ਼ਲ ਬਣਾਇਆ ਕਿ ਜੋ ਵੀ ਇਸ ਪਜ਼ਲ ਨੂੰ 15 ਮਿੰਟ 'ਚ ਸੋਲਵ ਕਰ ਲਵੇਗਾ ਉਹ ਟੀਮ ਵਿੱਚ ਹੋਵੇਗਾ। ਹੁਣ ਜਿਸ ਨੇ ਇਸ ਨੂੰ ਸੋਲਵ ਕਰਿਆ ਉਹਨਾਂ ਦੀ ਟੀਮ ਵਿੱਚ ਐਂਟਰੀ ਹੋ ਗਈ ਅਤੇ ਕੰਮ ਸ਼ੁਰੂ ਕੀਤਾ ਗਿਆ। ਪਰ ਦੋਸਤੋ, ਇਹ ਕੰਮ ਬਹੁਤ ਜ਼ਿਆਦਾ ਮੁਸ਼ਕਲ ਸੀ, ਜਿਸ ਨੂੰ ਟਿਊਰਿੰਜਰੀ ਬੋਲਿਆ ਗਿਆ ਕਿ ਕਿਵੇਂ ਜਰਮਨੀ ਦੀ ਐਨਿਗਮਾ ਮਸ਼ੀਨ ਤੋਂ ਕੋਰਸ ਨੂੰ ਤੋੜਿਆ ਜਾਵੇ। ਤੇ ਇਹਨਾਂ ਨੇ ਫਿਰ 18 ਮਾਰਚ 1940 ਨੂੰ ਆਪਣੀ ਇੱਕ ਮਸ਼ੀਨ ਬਣਾਈ ਜਿਸ ਨੂੰ ਨਾਮ ਦਿੱਤਾ ਗਿਆ ਬੌਂਬ। ਇਸ ਵਿੱਚ ਵੀ ਢੇਰ ਸਾਰੇ ਪਲੱਗਸ ਤੇ ਰੋਟਰ ਸਨ। ਇਹ ਵੀ ਇੱਕ ਬਹੁਤ ਵੱਡੀ ਮਸ਼ੀਨ ਸੀ, ਪਰ ਪ੍ਰੋਬਲਮ ਇਹ ਸੀ ਕਿ ਸ਼ੁਰੂਆਤ ਵਿੱਚ ਇਹ ਮਸ਼ੀਨ ਵੀ ਮੈਸੇਜਸ ਨੂੰ ਡਿਕ੍ਰਿਪਟ ਕਰਨ ਵਿੱਚ ਨਾਕਾਮ ਰਹੀ। ਮੈਸੇਜਸ ਆ ਰਹੇ ਸੀ ਪਰ ਡਿਕ੍ਰਿਪਟ ਹੋ ਨਹੀਂ ਸੀ ਰਹੇ, ਕਿਉਂਕਿ ਹਰ ਰੋਜ਼ ਸੈਟਿੰਗ ਚੇਂਜ ਹੋ ਰਹੀ ਸੀ। ਇਸ ਸਮੇਂ ਐਲਨ ਟਿਊਰਿੰਗ ਨੇ ਬਹੁਤ ਮਿਹਨਤ ਕੀਤੀ, ਉੱਪਰੋਂ ਪ੍ਰੈਸ਼ਰ ਵੀ ਬਹੁਤ ਜ਼ਿਆਦਾ ਹੋ ਰਿਹਾ ਸੀ। ਸਰਕਾਰ ਪ੍ਰੈਸ਼ਰ ਵਧਾ ਰਹੀ ਸੀ ਕਿ ਕੁਝ ਕਰੋ, ਕਿਉਂਕਿ ਫਰਾਂਸ ਹਾਰ ਚੁੱਕਿਆ ਸੀ। ਨੀਦਰਲੈਂਡ ਤੇ ਪੂਰੇ ਯੂਰਪ ਨੂੰ ਜਰਮਨੀ ਨੇ ਜਿੱਤ ਲਿਆ ਸੀ। ਇਕੱਲਾ ਬ੍ਰਿਟਿਸ਼ ਹੀ ਸੀ ਜੋ ਲੜ ਰਿਹਾ ਸੀ, ਉਹ ਵੀ ਕਦੇ ਵੀ ਹਾਰ ਸਕਦਾ ਸੀ। ਇਸ ਲਈ ਐਲਨ ਟਿਊਰਿੰਗ ਤੇ ਪ੍ਰੈਸ਼ਰ ਵੱਧਦਾ ਜਾ ਰਿਹਾ ਸੀ, ਕਿਉਂਕਿ 1941 ਵਿੱਚ ਜਰਮਨੀ ਆਪਣੇ ਪੀਕ ਤੇ ਸੀ। ਬ੍ਰਿਟਿਸ਼ ਸਿਰਫ ਐਲਨ ਟਿਊਰਿੰਗ ਤੇ ਹੀ ਨਿਰਭਰ ਸੀ ਕਿ ਕਿਵੇਂ ਇਹ ਮੈਸੇਜ ਨੂੰ ਡਿਕੋਡ ਕਰਨਗੇ। ਉਸ ਟਾਈਮ ਐਲਨ ਨੇ ਇੱਕ ਟੈਕਨੀਕ ਟਿਊਰਿੰਜਰੀ ਦਾ ਇਸਤੇਮਾਲ ਕਰਿਆ। ਇਹਨਾਂ ਨੇ ਕਾਮਨ ਵਰਡਸ ਲੱਭੇ ਜਿਨ੍ਹਾਂ ਦੇ ਸਹਾਰੇ ਉਹਨਾਂ ਮੈਸੇਜ ਨੂੰ ਡਿਕੋਡ ਕਰਨਾ ਸ਼ੁਰੂ ਕੀਤਾ। ਉਧਰ ਜਰਮਨੀ ਨੂੰ ਇਸ ਗੱਲ ਦੀ ਭਿਣਕ ਤੱਕ ਵੀ ਨਹੀਂ ਸੀ ਕਿ ਬ੍ਰਿਟੇਨ ਉਸਦੇ ਮੈਸੇਜਸ ਡਿਕੋਡ ਕਰ ਰਿਹਾ ਹੈ। ਕਿੱਥੇ ਕੈਂਪ ਹੈ, ਕਿੱਥੇ ਹਮਲਾ ਕਰਨਾ ਹੈ, ਇਹ ਸਭ ਖਬਰ ਬ੍ਰਿਟੇਨ ਕੋਲ ਹੁਣ ਆ ਰਹੀ ਸੀ, ਅਤੇ ਇਹ ਸਭ ਐਲਨ ਟਿਊਰਿੰਗ ਦੀ ਹੀ ਬਦੌਲਤ ਹੋਇਆ ਸੀ। 1945 ਤੱਕ ਐਲਨ ਟਿਊਰਿੰਗ ਨੇ ਹੀ ਆਪਣੀ ਮਸ਼ੀਨ ਨਾਲ
ਇਹ ਸਭ ਕਰਿਆ ਸੀ। ਵਰਲਡ ਵਾਰ 2 ਖਤਮ ਹੋਣ ਤੋਂ ਬਾਅਦ ਐਲਨ ਨੇ ਆਟੋਮੈਟਿਕ ਕੰਪਿਊਟਿੰਗ ਇੰਜਨ ਤੇ ਕੰਮ ਕਰਿਆ। ਉਸੇ ਸਮੇਂ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਵੀ ਵਿਚਾਰ ਕਰਨ ਲੱਗੇ ਸੀ। ਇਹਨਾਂ ਦਾ ਮੰਨਣਾ ਸੀ ਕਿ ਜਿਵੇਂ ਇੱਕ ਬੱਚੇ ਦਾ ਜਨਮ ਹੁੰਦਾ ਹੈ, ਉਹ ਵੱਡਾ ਹੁੰਦਾ ਹੈ ਅਤੇ ਉਸ ਵਿੱਚ ਸਮਝ ਆਉਂਦੀ ਹੈ, ਉਹ ਆਪਣੇ ਹਿਸਾਬ ਨਾਲ ਕੰਮ ਕਰਦਾ ਹੈ, ਮਤਲਬ ਕਿ ਵਕਤ ਦੇ ਨਾਲ ਇੰਟੈਲੀਜੈਂਟ ਹੁੰਦਾ ਹੈ, ਉਵੇਂ ਹੀ ਮਸ਼ੀਨਸ ਨੂੰ ਵੀ ਐਵੇਂ ਦਾ ਬਣਾਇਆ ਜਾ ਸਕਦਾ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ ਵੀ ਤਾਂ ਇਸੇ ਨੂੰ ਹੀ ਕਹਿੰਦੇ ਹਨ। ਆਰਟੀਫੀਸ਼ੀਅਲ ਇੰਟੈਲੀਜੈਂਸ ਵਿੱਚ ਵੀ ਬਹੁਤ ਉੱਚ ਕੋਟੀ ਦੀ ਪ੍ਰੋਗਰਾਮਿੰਗ ਹੁੰਦੀ ਹੈ। ਮਸ਼ੀਨਸ ਨੂੰ ਐਵੇਂ ਹੀ ਤਿਆਰ ਕੀਤਾ ਜਾਂਦਾ ਹੈ ਕਿ ਉਹ ਵੀ ਸਮੇਂ ਦੇ ਨਾਲ ਆਪਣੇ ਆਪ ਸਿੱਖਦੀ ਜਾਵੇਗੀ। ਉਹ ਸਭ ਚੀਜ਼ਾਂ ਜੋ ਉਸ ਮਸ਼ੀਨ 'ਚ ਪ੍ਰੋਗਰਾਮ ਨਹੀਂ ਹਨ, ਪਰ ਵਕਤ ਬੀਤਣ ਦੇ ਨਾਲ ਉਹ ਮਸ਼ੀਨ ਆਪਣੇ ਸਾਹਮਣੇ ਹੋਣ ਵਾਲੀਆਂ ਐਕਟੀਵਿਟੀਜ਼ ਨੂੰ ਆਪਣੇ ਆਪ ਸਿੱਖ ਲਵੇਗੀ। ਇਹੀ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ ਅਤੇ ਇਸ ਦੀ ਇਹੀ ਖੂਬੀ, ਇਸ ਦਾ ਮਾਈਨਸ ਪੁਆਇੰਟ ਵੀ ਹੈ, ਇਸ ਦਾ ਡਰੋਬੈਕ ਵੀ ਹੈ, ਕਿਉਂਕਿ ਇਹੀ ਖੂਬੀ ਖਤਰਨਾਕ ਵੀ ਸਾਬਿਤ ਹੋ ਸਕਦੀ ਹੈ। ਟਰਮੀਨੇਟਰ 2, ਮੈਟ੍ਰਿਕਸ ਮੂਵੀਜ਼ ਇਸ ਦੀ ਹੀ ਇੱਕ ਉਦਾਹਰਨ ਹਨ, ਕਿਉਂਕਿ ਜਦੋਂ ਤੱਕ ਇਨਸਾਨ ਮਸ਼ੀਨ ਨੂੰ ਆਪਰੇਟ ਕਰ ਰਿਹਾ ਹੈ ਉਦੋਂ ਤੱਕ ਤਾਂ ਸਭ ਠੀਕ ਹੈ, ਲੇਕਿਨ ਜਦੋਂ ਮਸ਼ੀਨ ਹੀ ਇਨਸਾਨ ਨੂੰ ਆਪਰੇਟ ਕਰਨ ਲੱਗ ਜਾਵੇ ਤਾਂ ਮੁਸ਼ਕਲਾਂ ਖੜੀਆਂ ਹੋ ਸਕਦੀਆਂ ਹਨ। ਲੇਕਿਨ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਜਿੱਥੇ ਇਹ ਇੱਕ ਬਹੁਤ ਵੱਡਾ ਨੁਕਸਾਨ ਹੈ ਜਾਂ ਡਰ ਕਹਿ ਲਓ, ਉੱਥੇ ਹੀ ਇਸ ਦੇ ਫਾਇਦੇ ਵੀ ਬਹੁਤ ਹਨ। ਇਸ ਨਾਲ ਇਨਸਾਨ ਦਾ ਅੱਧ ਤੋਂ ਜ਼ਿਆਦਾ ਕੰਮ ਸੌਖਾ ਹੋ ਜਾਵੇਗਾ, ਕਿਉਂਕਿ ਮਸ਼ੀਨ ਜੋ ਕੰਮ ਕਰਦੀਆਂ ਹਨ ਉਹ ਪੂਰਾ ਐਕੂਰੇਟ ਹੁੰਦਾ ਹੈ। ਨੈਟਵਰਕਿੰਗ 'ਚ ਕਮਾਲ ਦਾ ਕੰਮ ਹੋ ਸਕਦਾ ਹੈ, ਲੇਕਿਨ ਇਹ ਸਭ ਐਲਨ ਟਿਊਰਿੰਗ ਨੇ ਪਹਿਲਾਂ ਹੀ ਦੱਸ ਦਿੱਤਾ ਸੀ। ਪਰ ਦੋਸਤੋ, ਹੁਣ ਐਲਨ ਟਿਊਰਿੰਗ ਨਾਲ ਕਾਫੀ ਮੁਸ਼ਕਲਾਂ ਹੋਣ ਲੱਗ ਗਈਆਂ ਸਨ। ਉਹਨਾਂ ਉੱਪਰ ਹੋਮੋਸੈਕਸੁਅਲ ਦਾ ਇਲਜ਼ਾਮ ਲੱਗਣਾ ਸ਼ੁਰੂ ਹੋ ਗਿਆ ਸੀ, ਮਤਲਬ ਕਿ ਇਹ ਆਦਮੀਆਂ ਨਾਲ ਪਿਆਰ ਕਰਦੇ ਸਨ। ਇਹਨਾਂ ਨੂੰ 100 ਦਿਨਾਂ ਲਈ ਜੇਲ੍ਹ ਵਿੱਚ ਵੀ ਭੇਜਿਆ ਗਿਆ। ਇਹਨਾਂ ਦੀ ਹਾਰਮੋਨ ਥੈਰੇਪੀ ਵੀ ਕੀਤੀ ਗਈ। ਇਹਨਾਂ ਵਿੱਚ ਆਰਟੀਫੀਸ਼ੀਅਲ ਹਾਰਮੋਨ ਵੀ ਪਾਏ ਗਏ, ਜੋ ਕਿ ਬਹੁਤ ਗਲਤ ਕੰਮ ਸੀ, ਜਿਸ ਦੀ ਬਾਅਦ ਵਿੱਚ ਸਰਕਾਰ ਨੇ ਮਾਫੀ ਵੀ ਮੰਗੀ। ਪਰ ਕਿਉਂਕਿ ਉਸ ਸਮੇਂ ਹੋਮੋਸੈਕਸੁਅਲ ਬ੍ਰਿਟੇਨ ਵਿੱਚ ਇੱਕ ਕ੍ਰਾਈਮ ਸੀ, ਸੇਮ ਜੈਂਡਰ ਨਾਲ ਪਿਆਰ ਕਰਨਾ ਜਾਂ ਵਿਆਹ ਕਰਨਾ ਇੱਕ ਕ੍ਰਾਈਮ ਸੀ। 1951 ਵਿੱਚ ਐਲਨ ਟਿਊਰਿੰਗ ਮੈਥਮੈਟੀਕਲ ਬਾਇਓਲੋਜੀ ਵੱਲ ਚਲੇ ਗਏ। ਇਸੇ ਦੌਰਾਨ ਇਹਨਾਂ ਨੇ ਟਿਊਰਿੰਗ ਮਸ਼ੀਨ ਤੋਂ ਬਾਅਦ ਆਪਣਾ ਸਭ ਤੋਂ ਬੈਸਟ ਕੰਮ ਕੈਮੀਕਲ ਬੇਸਿਸ ਆਫ ਮੋਰਫੋਜੈਨਸਿਸ ਜਨਵਰੀ 1952 ਵਿੱਚ ਪਬਲਿਸ਼ ਕਰਿਆ। ਐਲਨ ਨੇ ਬਾਇਓਲੋਜੀ ਨੂੰ ਮੈਥ ਨਾਲ ਰਿਲੇਟ ਕਰ ਦਿੱਤਾ। ਸੈਲਸ ਕਿਵੇਂ ਡਿਵੈਲਪ ਹੋਏ ਹਨ, ਡੀਐਨਏ ਕਿਵੇਂ ਬਦਲਿਆ ਹੈ, ਸਾਡਾ ਸਰੀਰ ਕਿਵੇਂ ਚੇਂਜ ਹੋ ਰਿਹਾ ਹੈ, ਇਹ ਸਭ ਇਹਨਾਂ ਨੇ ਮੈਥਮੈਟਿਕਲੀ ਬਾਇਓਲੋਜੀ ਨਾਲ ਸਮਝਾ ਦਿੱਤਾ, ਜਿਸ ਨੂੰ ਮੋਰਫੋਜੈਨਸਿਸ ਕਿਹਾ ਜਾਂਦਾ ਹੈ। ਇੰਨੇ ਸਭ ਇਨਵੈਂਸ਼ਨ ਕਰਨ ਦੇ ਨਾਲ ਇਹਨਾਂ ਦੀ ਆਪਣੀ ਪਰਸਨਲ ਲਾਈਫ ਉਸ ਸਮੇਂ ਕਾਫੀ ਉਥਲ-ਪੁਥਲ ਸੀ। ਇਹਨਾਂ ਦੀ ਪਤਨੀ ਇਹਨਾਂ ਤੋਂ ਖੁਸ਼ ਨਹੀਂ ਸੀ, ਕਿਉਂਕਿ ਇਹ ਹੋਮੋਸੈਕਸੁਅਲ ਸਨ। ਐਲਨ ਟਿਊਰਿੰਗ ਨੇ ਦੋਸਤੋ ਸੁਸਾਈਡ ਕਰਿਆ ਸੀ, ਲੇਕਿਨ ਇਹਨਾਂ ਨੇ ਸੱਚਮੁੱਚ ਸੁਸਾਈਡ ਕਰਿਆ ਸੀ, ਇਸ ਤੇ ਵੀ ਕਾਫੀ ਮਤਭੇਦ ਹਨ। ਜ਼ਿਆਦਾਤਰ ਲੋਕ ਇਹੀ ਕਹਿੰਦੇ ਹਨ ਕਿ ਇਹਨਾਂ ਨੇ ਸੁਸਾਈਡ ਕਰਿਆ ਸੀ। 8 ਜੂਨ 1954 ਨੂੰ ਇਹਨਾਂ ਦੀ ਡੈਥ ਹੋਈ ਸੀ। ਜਦੋਂ ਇਹਨਾਂ ਦੀ ਬੋਡੀ ਮਿਲੀ ਸੀ ਤਾਂ ਇਹਨਾਂ ਦੇ ਕੋਲ ਅੱਧਾ ਕੱਟਿਆ ਹੋਇਆ ਸੇਬ ਪਿਆ ਸੀ, ਜਿਸ ਤੇ ਸਾਈਨਾਈਡ ਲੱਗਿਆ ਹੋਇਆ ਸੀ, ਜਿਸ ਤੋਂ ਤਾਂ ਇਹੀ ਲੱਗਦਾ ਹੈ ਕਿ ਸੇਬ ਤੇ ਸਾਈਨਾਈਡ ਲਗਾਇਆ ਅਤੇ ਇਹ ਉਸ ਨੂੰ ਖਾ ਗਏ, ਜਿਸ ਕਾਰਨ ਇਹ ਨੀਂਦ ਵਿੱਚ ਹੀ ਮਰ ਗਏ। ਲੇਕਿਨ ਕੁਝ ਲੋਕਾਂ ਦਾ ਮੰਨਣਾ ਹੈ ਕਿ ਇਹ ਪੂਰੇ ਤਰੀਕੇ ਨਾਲ ਸੱਚ ਨਹੀਂ ਹੈ, ਕਿਉਂਕਿ ਇਹ ਇਹਨਾਂ ਦੀ ਆਦਤ ਸੀ ਕਿ ਇਹ ਸੌਣ ਤੋਂ ਪਹਿਲਾਂ ਸੇਬ ਖਾਂਦੇ ਸਨ। ਜਦੋਂ ਇਹਨਾਂ ਦਾ ਦੇਹਾਂਤ ਹੋਇਆ ਉਸ ਸਮੇਂ ਇਹਨਾਂ ਦੀ ਉਮਰ ਸਿਰਫ 41 ਸਾਲ ਦੀ ਸੀ। ਤਾਂ ਦੋਸਤੋ, ਇਹ ਸੀ ਇੱਕ ਮਹਾਨ ਜੀਨੀਅਸ ਐਲਨ ਟਿਊਰਿੰਗ ਜੀ ਦੇ ਜੀਵਨ ਬਾਰੇ ਛੋਟੀ ਜਿਹੀ ਜਾਣਕਾਰੀ। ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇਗੀ। ਇਸ ਤਰ੍ਹਾਂ ਦੀਆਂ ਹੋਰ ਨੌਲੇਜੇਬਲ ਗੱਲਾਂ ਜਾਣਨ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਮਿਲਦੇ ਹਾਂ ਇੱਕ ਨਵੀਂ ਕਹਾਣੀ ਨਵੀਂ ਵੀਡੀਓ ਦੇ ਨਾਲ। ਜਦ ਤੱਕ ਲਈ ਰੱਬ ਰੱਖਾ।